ਸੋ ਦਾ ਟੌਪਿਕ ਮੈਂ ਜੋ ਲਾਸਟ ਲੈਕਚਰਸ ਲਿਆ ਸੀ ਮੈਂ ਅੱਜ ਉਸੇ ਹੀ ਟੌਪਿਕ ਨੂੰ ਕੰਟੀਨਿਊ ਕਰ ਰਹੇ ਹਾਂ ਔਰ ਜੋ ਟੌਪਿਕ ਅਸੀਂ ਕਰ ਰਹੇ ਸੀ that was the data types available in Python Python ਦੇ ਵਿੱਚ ਅਸੀਂ ਕੁਝ ਡਾਟਾ ਟਾਈਪਸ ਡਿਸਕਸ ਕੀਤੇ ਹੈ ਅਗਰ broadly define ਕਰੀਏ ਜੋ Python ਦੇ ਡਾਟਾ ਟਾਈਪਸ ਹੈ first one is your numeric second one is your dictionary third one is boolean fourth one is set and fifth one is your sequence type और numeric data type ਅਸੀਂ last time discuss ਕੀਤਾ ਸੀਗਾ under numeric data type one is your integer ਦੂਸਰਾ ਹੈਗਾ ਤੁਹਾਡਾ floating point ਤੀਜਾ ਹੈਗਾ ਤੁਹਾਡਾ complex number ਠੀਕ ਹੈ ਔਰ I think ਅਸੀਂ numeric data type ਵੀ ਕਰ ਚੁੱਕੇ ਹਾਂ ਐਂਡ ਅਸੀਂ sequence ਦੇ ਵਿੱਚ string data type ਵੀ ਕਰ ਚੁੱਕੇ ਹਾਂ ਮੈਂ ਤੁਹਾਨੂੰ ਕੱਲ ਲਾਸਟ ਟਾਈਮ string data type ਵੀ ਐਕਸਪਲੇਨ ਕੀਤਾ ਸੀਗਾ ਇਹ string data type ਦੇ ਵਿੱਚ ਅਸੀਂ ਕਿਸ ਵੇ ਨਾਲ strings ਨੂੰ ਬਣਾਉਂਦੇ ਹਾਂ ਫਾਰਮੂਲੇਟ ਕਰਦੇ ਹਾਂ ਔਰ ਇਹ ਡਾਟਾ ਟਾਈਪ ਵੀ ਅਸੀਂ ਐਕਸਪਲੇਨ ਕਰ ਚੁੱਕੇ ਲਾਸਟ ਟਾਈਮ ਜਿਹੜੀ ਇੱਕ ਇੰਪੋਰਟੈਂਟ ਪੁਆਇੰਟ ਮੈਂ ਜਿਹੜੀ ਚੀਜ਼ ਤੁਹਾਨੂੰ ਐਕਸਪਲੇਨ ਕੀਤੀ ਸੀ ਉਹ ਚੀਜ਼ ਫਿਰ ਤੁਸੀਂ ਨੋਟ ਕਰਿਓ ਸਟ੍ਰਿੰਗ ਡਾਟਾ ਟਾਈਪ ਦੇ ਵਿੱਚ ਫਾਰਵਰਡ ਰਿਵਰਸ ਦੋਨੋਂ ਅਲਾਉਡ ਹੈ ਇਸ ਇੰਪੋਰਟੈਂਟ ਪੁਆਇੰਟ ਨੂੰ ਨੋਟ ਕਰਿਓ ਫਾਰਵਰਡ ਔਰ ਰਿਵਰਸ ਦੋਨੋਂ ਅਲਾਉਡ ਹੈ ਜੇ ਅਸੀਂ ਫਾਰਵਰਡ ਤੋਂ ਅਸੀਂ ਇਹਨੂੰ ਅਸੈਸ ਕਰਨਾ ਸਟਾਰਟ ਕਰਾਂਗੇ ਤਾਂ 0 ਤੋਂ ਸਟਾਰਟ ਹੋਏਗਾ ਐਂਡ ਇਟ ਵਿਲ ਗੋ ਅਪ ਟਿਲ ਜਿਹੜੀ ਲਾਸਟ ਵੈਲਿਊ ਹੋਏਗੀ that would be n minus 1 n is the number of elements in the string ਅਗਰ n ਦੀ ਵੈਲਿਊ 10 ਹੈ ਮੈਂ ਤੁਹਾਨੂੰ ਤੁਸੀਂ ਜਦੋਂ ਅਸੀਂ ਇਹ ਵਰਡ n ਉਹਨੂੰ ਯੂਜ਼ ਕਰਨ ਲੱਗ ਪੈਂਦੇ ਨਾ ਤੇ ਥੋੜਾ ਜਿਹਾ ਬੱਚੇ ਕਨਫਿਊਜ਼ ਹੋ ਜਾਂਦੇ ਆ ਮੈਂ ਉਸੇ ਹੀ ਤੁਹਾਡੀ ਕਨਫਿਊਜ਼ਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਤੁਹਾਡੇ ਸਾਹਮਣੇ ਜਿਹੜੀ ਇੱਕ ਸਕਰੀਨ ਆ ਰਹੀ ਹੈ ਉੱਤੇ ਲਿਖਿਆ ਹੈ geeks for geeks geeks ਦੇ ਵਿੱਚ 5 ਵਰਡ ਹੈ for ਦੇ ਵਿੱਚ 3 ਵਰਡ ਹੈ geeks ਦੇ ਵਿੱਚ 5 ਵਰਡ 5 3 8 5 13 ਟੋਟਲ ਇੱਥੇ 13 ਵਰਡਸ ਹੈ ਜਦੋਂ ਅਸੀਂ ਐਲੀਮੈਂਟ ਨੂੰ ਫਾਰਵਰਡ ਅਸੈਸ ਕਰਨਾ ਹੈ ਜਿੱਦਾਂ ਮੈਂ ਤੁਹਾਨੂੰ ਲਾਸਟ ਐਗਜ਼ਾਮਪਲ ਵੀ ਤੁਹਾਨੂੰ ਦਿਖਾ ਰਿਹਾ ਸੀ ਇਫ ਯੂ ਲੁੱਕ ਐਟ this one ਅਗਰ ਅਸੀਂ ਫਾਰਵਰਡ ਇੰਡੈਕਸਿੰਗ ਦੇ ਨਾਲ ਅਸੈਸ ਕਰਾਂਗੇ ਦੂਸਰਾ ਬੈਕਵਰਡ ਇੰਡੈਕਸਿੰਗ ਨਾਲ ਅਸੈਸ ਕਰਾਂਗੇ ਫਾਰਵਰਡ ਨਾਲ ਟੋਟਲ ਐਲੀਮੈਂਟ ਸੀਗੇ 13 total elements 1 3 13 we will start from 0 और जो लास्ट एलिमेंट का एड्रेस होएगा दैट इज n minus 1 और मैं तो n एक्सप्लेन करना है n is the number of elements that are available in that string उस string ਦੇ ਵਿੱਚ ਜਿੰਨੇ elements available ਹੈ ਅਸੀਂ ਉਹਨੂੰ n ਕਹਿੰਦੇ so लास्ट एलिमेंट की है n minus 1 n ਦੀ ਵੈਲਿਊ 13 ਹੈ minus 1 12 ਸੋ ਜਦੋਂ ਅਸੀਂ ਫਾਰਵਰਡ ਇੰਡੈਕਸਿੰਗ ਕਰਨੀ ਹੈ ਅਸੀਂ ਸਟਾਰਟ 0 ਤੋਂ ਕਰਨਾ ਹੈ ਔਰ ਲਾਸਟ ਐਲੀਮੈਂਟ ਤੁਹਾਡਾ n minus 1 ਹੋਏਗਾ n minus 1 13 ਐਲੀਮੈਂਟਸ 13 ਚੋਂ ਇੱਕ ਮਾਈਨਸ ਕੀਤਾ 12 ਲਾਸਟ ਐਲੀਮੈਂਟ ਇਜ਼ n minus 1 ਕਈ ਵਾਰੀ ਆਬਜੈਕਟਿਵ ਕੁਐਸਚਨ ਆ ਜਾਂਦਾ ਹੈ what is the last element in forward indexing in case of string it is n minus 1 ਜਦ ਕਿ ਜਦੋਂ ਅਸੀਂ ਰਿਵਰਸ ਜਾਂ ਬੈਕਵਰਡ ਇੰਡੈਕਸਿੰਗ ਦੇ ਵਿੱਚ ਦੇਖਾਂਗੇ ਤਾਂ ਫਰਸਟ ਐਲੀਮੈਂਟ 1 ਹੈ ਲਾਸਟ ਐਲੀਮੈਂਟ ਫਰਸਟ ਐਲੀਮੈਂਟ -1 ਹੈ ਲਾਸਟ ਐਲੀਮੈਂਟ -n ਹੈ ਇੱਥੇ n - 1 ਨਹੀਂ ਹੈ क्योंकि ये स्टार्ट ही 1 तो हो रहा है और लास्ट एलिमेंट जिन्ने नंबर ऑफ एलिमेंट्स है that would be in minus n और ਅਸੀਂ स्ट्रिंग ਦੇ एलिमेंट्स ਨੂੰ ਅਸੈਸ ਕਰਨ ਲਈ ਇਹੀ ਪ੍ਰੋਗਰਾਮ ਕਰ ਰਹੇ ਸੀ this was the last program ਜਿਹੜਾ ਅਸੀਂ ਡਿਸਕਸ ਕੀਤਾ ਸੀਗਾ now ਮੈਂ ਦੂਸਰਾ ਜਿਹੜਾ ਡਾਟਾ ਟਾਈਪ ਤੁਹਾਡਾ ਸੀਕੁਐਂਸ ਦੇ ਵਿੱਚ ਐਕਸਪਲੇਨ ਕਰਦਾ ਹੈ ਸਭ ਤੋਂ ਪਹਿਲਾਂ ਤੁਹਾਡਾ string ਸੀਗਾ ਦੂਸਰਾ ਤੁਹਾਡਾ list ਸੀਗਾ ਤੀਸਰਾ ਤੁਹਾਡਾ ਟਿਊਪਲ ਸੀਗਾ ਅਗਰ ਮੈਂ ਤੁਹਾਨੂੰ ਓਵਰਆਲ ਤੁਹਾਨੂੰ ਡਾਟਾ ਟਾਈਪਸ ਡਿਸਪਲੇ ਕਰਾਂ ਸਕਰੀਨ ਤੇ ਲੁੱਕ ਐਟ ਦਿਸ ਵਨ ਪਾਈਥਨ ਦੇ ਵਿੱਚ 5 ਬ੍ਰੌਡ ਡਾਟਾ ਟਾਈਪਸ ਹੈ ਮੈਂ ਜੋ ਲਾਸਟ ਟਾਈਮ ਕਿਹਾ ਸੀ ਉਸੇ ਨੂੰ ਰਿਕਾਲ ਕਰ ਰਹੇ ਹਾਂ 5 ਬ੍ਰੌਡ ਡਾਟਾ ਟਾਈਪਸ ਹੈ numeric dictionary boolean set sequence type numeric ਅੱਗੇ 3 ਪਾਰਟਸ ਡਿਵਾਈਡਡ ਹੈ ਅਸੀਂ 4 ਚ ਕੀਤਾ ਸੀ ਚੌਥਾ ਤੁਹਾਡਾ ਲੌਂਗ ਸੀਗਾ
सीक्वेंस टाइप अगे तीन पार्ट्स डिवाइडेड है, पहला स्ट्रिंग है, दूसरा ਤੁਹਾਡਾ लिस्ट है, तीसरा ਤੁਹਾਡਾ ट्यूपल है, ठीक है। और ਅਸੀਂ लास्ट टाइम स्ट्रिंग डाटा टाइप कवर कर लिया ਸੀਗੇ। नाउ ਅਸੀਂ ਜਿਹੜਾ दूसरा टाइप है दैट इज योर लिस्ट डाटा टाइप ਨੂੰ ਅਸੀਂ कवर कर रहे ਹੁਣ क्वेश्चन है स्ट्रिंग की है। स्ट्रिंग इज ए कलेक्शन ऑफ कैरेक्टर्स। स्ट्रिंग इज ए कलेक्शन ऑफ कैरेक्टर्स और ਉਹਦੇ ਵਿੱਚ ਫਾਰਵਰਡ ਇੰਡੈਕਸਿੰਗ ਦੇ ਨਾਲ ਔਰ ਬੈਕਵਰਡ ਇੰਡੈਕਸਿੰਗ ਦੇ ਨਾਲ ਅਸੀਂ कैरेक्टर्स ਨੂੰ ਅਸੈਸ ਕਰ ਸਕਦੇ ਹਾਂ। दूसरा मैं ਜਿਹੜਾ डाटा टाइप एक्सप्लेन ਕਰਨ ਲੱਗਾ दैट इज लिस्ट। बहुत इंपॉर्टेंट चीज है, मैं ਜਿਹੜੀ ਤੁਹਾਨੂੰ एक्सप्लेन करांगा। लिस्ट इज एन ऑर्डरली सीक्वेंस ऑफ आइटम्स, ऑर्डरली। तीसरा डाटा टाइप मैं ਤੁਹਾਨੂੰ ट्यूपल एक्सप्लेन करांगा। ट्यूपल, TUPLE, ट्यूपल। ट्यूपल इज एन ऑर्डरली सीक्वेंस ऑफ आइटम्स सेम एज लिस्ट। मैं जो लिस्ट ਦੀ ਗੱਲ ਕਰ ਰਿਹਾ, मैं जो ट्यूपल ਦੀ ਗੱਲ ਕਰ ਰਿਹਾ, ट्यूपल ਤੁਸੀਂ ਪੜਿਆ ਹੋਏਗਾ ਡਾਟਾਬੇਸ ਚ। ਡਾਟਾਬੇਸ ਦੇ ਵਿੱਚ ਅਗਰ ਮੈਂ ट्यूपल ਦੀ ਗੱਲ ਕਰਾਂ, ਇਹ ਥੋੜਾ ਉਹ ਤੋਂ ਡਿਫਰੈਂਟ ਹੈ। ਡਾਟਾਬੇਸ ਦੇ ਵਿੱਚ ਅਸੀਂ ਜਦੋਂ ਟੇਬਲ ਬਣਾਉਂਦੇ ਸੀਗੇ, ਟੇਬਲ ਦੀ ਇੱਕ ਪੂਰੀ ਰੋ, ਉਸ ਰੋ ਨੂੰ ਅਸੀਂ ट्यूपल ਕਹਿੰਦੇ ਸੀ। ਲੇਕਿਨ ਪਾਈਥਨ ਦੇ ਵਿੱਚ ਲਿਸਟ ਐਂਡ ट्यूपल ਐਂਡ ਸਟ੍ਰਿੰਗ ਇਹ ਤੁਹਾਡੇ ਡਾਟਾ ਟਾਈਪਸ ਹੈ। ਲਿਸਟ किस काइंड का डाटा टाइप है? लिस्ट इज एन ऑर्डरली सीक्वेंस ऑफ आइटम्स। मैं ये चीज ते बार बार स्ट्रेस कर रहे हैं क्योंकि अगे मैं कुछ चीज डिफरेंस दसांगा भी, कुछ ऑर्डरली की होंगी है, अनऑर्डरली की। अगर मैं कहूँ ऑर्डर्ड सीक्वेंस ऑफ आइटम्स दैट मींस ਜਿਹੜੀਆਂ आइटम्स ਹੋਗੀਆਂ, ਇਹਦੇ ਜਿਹੜੇ एलिमेंट्स ਹੋਗੇ, they are arranged in some sequence। 1 2 3 4 5 पूरा सीक्वेंस होएगा। ए नहीं है 1 5 2 1 6 अनऑर्डर्ड सीक्वेंस नहीं होएगा। सीक्वेंस ऑफ डाटा। लिस्ट इज वन ऑफ द मोस्ट यूज्ड डाटा आइटम्स, डाटा टाइप इन पाइथन। हाँ, लिस्ट के कंटेक्स्ट ਦੇ ਵਿੱਚ ਇੱਕ ਬੜੀ ਇੰਪੋਰਟੈਂਟ ਚੀਜ਼ ਹੈ that all the items in the list need not to be of the same type। इंपॉर्टेंट पॉइंट, ऑब्जेक्टिव क्वेश्चन आ सकता है। एक आइटम ਤੁਹਾਡੀ ਇੰਟੀਜਰ ਹੋ ਸਕਦੀ ਹੈ, दूसरी फ्लोट हो सकती है, तीसरी ਤੁਹਾਡੀ स्ट्रिंग हो सकती है। सारी आइटम सेम होनी नेसेसरी नहीं है इन लिस्ट डाटा आइटम। लिस्ट की है मैं ਤੁਹਾਨੂੰ एक्सप्लेन करता। ਹੁਣ पॉइंट आंदा लिस्ट ਨੂੰ ਅਸੀਂ डिक्लेयर ਕਿਦਾਂ ਕਰ ਸਕਦੇ। बड़ी सिंपल वे ਨਾਲ लिस्ट डिक्लेयर ਹੁੰਦੀ है, ਜਿੱਦਾਂ ਇੱਕ एग्जांपल ਦਿੱਤੀ ਹੋਈ है। बॉटम ਤੇ देखो a is equal to 1 2.2 within single quotes Python। ਇਹ ਤੁਹਾਡਾ ਇੰਟੀਜਰ ਹੈ, this is your floating point value, this is your string। यही लाइन इथे लिखी हुई है, all the items in a list do not need to be of same type। अगर मैं ਤੁਹਾਡੇ ਨਾਲ ਐਰੇ ਦੇ ਕੰਟੈਕਸਟ ਗੱਲ ਕਰਾਂ, ਜਿਹੜੀ ਅਸੀਂ ਐਰੇ ਅਸੀਂ C ਚ ਯੂਜ਼ ਕੀਤੀ ਹੈ ਜਾਂ ਜਿਹੜੀ ਅਸੀਂ ਐਰੇ ਜਾਵਾ ਚ ਯੂਜ਼ ਕੀਤੀ ਹੈ, ਐਰੇ is an orderly collection of all items ਜਿਨ੍ਹਾਂ ਦਾ ਡਾਟਾ ਟਾਈਪ ਸੇਮ ਹੁੰਦਾ ਹੈ। स्ट्रक्चर की गल करिए ਜਿਹੜੀ C ਚ यूज ਕੀਤੀ ਸੀ, स्ट्रक्चर is a collection of different data items। और इन्हां सारियां तो एक अलग ਜਿਹੜੀ मैं लिस्ट की गल कर रहा, लिस्ट ऑर्डरली कलेक्शन ऑफ डाटा आइटम्स है, लेकिन ਇਹਦੀਆਂ आइटम्स ਦਾ डाटा टाइप सेम होना जरूरी नहीं। इट इज ए कलेक्शन ऑफ डाटा आइटम्स। सेकंड पॉइंट ਜਿਹੜਾ ਮੈਂ ਇੱਥੇ ਲਿਖਿਆ ਹੈ, डिक्लेयरिंग ए लिस्ट इज वेरी सिंपल। ਤੁਸੀਂ आइटम्स आर separated by commas and are enclosed within square brackets। आ देखो मैं थल्ले लिस्ट डिक्लेयर की हुई है, ए स्क्वायर ब्रैकेट स्टार्ट होगी, स्क्वायर ब्रैकेट एंड होगी। तीन आइटम्स है, एक इंटीजर है, दूसरी फ्लोटिंग है, तीसरी ਤੁਹਾਡੀ स्ट्रिंग है। और ए स्क्वायर ब्रैकेट ਦੇ ਵਿੱਚ एनक्लोज करनी है। लिस्ट दी आइटम्स ਨੂੰ स्क्वायर ब्रैकेट ਦੇ ਵਿੱਚ एनक्लोज ਕੀਤਾ ਜਾਂਦਾ है। दिस इज अनदर इंपॉर्टेंट पॉइंट। लिस्ट्स आर जस्ट लाइक एरेज, है एरेज की तरह। एरे इज आल्सो ए कलेक्शन ऑफ डाटा आइटम्स,
but array is a collection of homogeneous data items. List is a collection of heterogeneous data declared in other languages, which is also a ordered collection of data items. It is flexible as the items in the list need not to be of the same type. यही गल मैं तुहानू बार-बार एक्सप्लेन कर रहे हैं that list array दी तरह है, array भी ordered collection है, list भी ordered collection है, लेकिन list दी items different type दियां हो सकती हैं, array दी items same type दियां होंदियां हैं, different data types दियां नहीं। And this is the way to declare a list. ਹੁਣ ਜਿਹੜਾ ਵੀ ਮੈਂ ਡਾਟਾ ਟਾਈਪ ਲੈ ਰਿਹਾ ਮੈਂ ਨਾਲ ਨਾਲ ਇੱਕ ਛੋਟੀ ਛੋਟੀ ਐਗਜ਼ਾਮਪਲ ਲੈ ਰਿਹਾ ਜਿੱਥੋਂ ਤੁਹਾਨੂੰ ਥੋੜਾ ਐਕਸਪਲੇਨ ਹੋ ਜਾਏ that ਇਹ ਕਿਸ ਵੇ ਨਾਲ ਡਾਟਾ ਟਾਈਪ ਯੂਜ਼ ਹੁੰਦਾ। We can use slicing operator, मैं इस ऑपरेटर ਨੂੰ ਥੋੜਾ ਜਿਹਾ ਐਲੈਬੋਰੇਟ ਕਰਨਾ ਚਾਹਨਾ। slicing operator ਨੂੰ ਅਸੀਂ ਬਹੁਤ ਯੂਜ਼ ਕਰਨਾ ਹੈ। slicing operator ਨੂੰ ਅਸੀਂ ਯੂਜ਼ ਕਰਾਂਗੇ ਆ ਹੈ slicing operator, this brackets, to extract an item or range of items from a list. लिस्ट तो कोई एक आइटम ਨੂੰ एक्सट्रैक्ट करना है या ग्रुप ऑफ आइटम्स ਨੂੰ एक्सट्रैक्ट करना है ਤਾਂ ਇਸ ਆਪਰੇਟਰ ਨੂੰ ਯੂਜ਼ ਕੀਤਾ ਜਾਏਗਾ ਔਰ ਇਹਦੀ ਇੰਡੈਕਸਿੰਗ 0 ਤੋਂ ਸਟਾਰਟ ਹੋਗੀ 0 ਤੋਂ ਲੈ ਕੇ n-1 ਤੱਕ। ਨਾउ ਕਮਿੰਗ ਟੂ ਦਿਸ ਐਗਜ਼ਾਮਪਲ, ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ। ਇੱਕ ਲਿਸਟ ਹੈ A, 1 2 3 4 5 6 7 8 8 ਆਈਟਮਸ ਹੈ। ਇਹਦੀ ਇੰਡੈਕਸਿੰਗ ਸਟਾਰਟ ਹੋਏਗੀ 0, ਇਟ ਵਿਲ ਗੋ ਅਪ ਟਿਲ 7, n-1 आइटम 8 है, 8 - 1 7। और अगर ए कमेंट है, दिस इज कमेंट जिहदे अगे लग गया दिस इज कमेंट। अगर A2 का मतलब की है 0 1 2 तीसरी आइटम तुसी डाटा स्ट्रक्चर पढ़िया होएगा, डाटा स्ट्रक्चर दे विच भी यही चीज देखी होएगी। मैं फिर तुहानू उहदे च दिखा देना, लुक एट दिस वन, दिस 1, दिस इज पहली आइटम 0 है, दूसरी आइटम 1 है, तीसरी आइटम 2 है। सो हुण यही प्रैक्टिकल तुहाडे सामने आ रहा है। A2 ए कमेंट है, दिस इज नॉट ए स्टेटमेंट, जिन्ना दे अगे हैश लग्या है ए कमेंट। प्रिंट A2 is equal to A within bracket slicing operator, that means it is going to assess third item। ਇਹਦਾ मतलब है A2 that becomes equal to 5 10 15। A2 ਤੇ ਜਿਹੜਾ ਆਨਸਰ ਆਣਾ ਚਾਹੀਦਾ ਹੈ 15 ਆਣਾ ਚਾਹੀਦਾ। सेकेंड मैं एक होर टाइप यूज किया है, प्रिंट 0 डबल कॉलन 3, 0 तो लैके 3 तक दियां जड़ियां आइटम्स है उसनू प्रिंट करो। मैं अगर तुहानू इसकी आउटपुट दिखावां, लुक एट दिस, दिस इज द आउटपुट। 0 तो स्टार्ट करना है, टोटल 3 आइटम्स, टोटल 3 आइटम्स नू प्रिंट करना। अगर इत्थे हुंदा 1 3 मतलब 1 तो स्टार्ट करना है और टोटल 3 आइटम्स को प्रिंट करना है। स्टार्ट फ्रॉम 1 एंड प्रिंट द 3 आइटम्स। और लास्ट दे विच है A5 डबल कॉलन जिहड़ा लग्या है, ਇਹਦਾ मतलब है 0 1 2 3 4 5 5 ऑनवर्ड्स जिन्नियां आइटम्स है उन्हां नू प्रिंट करना। Look at this, 5 onwards केड़ी आइटम्स है 30 35 एंड 40। मैं फिर तुहानू थोड़ा इस चीज नू एक्सप्लेन कर देना है। एक स्लाइसिंग ऑपरेटर है, स्लाइसिंग ऑपरेटर तुहाडियां लिस्ट दी आइटम्स नू एक्सट्रैक्ट करने लई यूज कीता। अगर ਅਸੀਂ ਸਿੰਪਲ ਲਿਖ ਦਿੱਤਾ, ਇੱਕ ਲਿਸਟ ਬਣਾਤੀ, ਇਸ ਆਈਟਮ ਦਾ ਇੰਡੈਕਸ 0 ਹੈ, ਇਸ ਆਈਟਮ ਦਾ ਇੰਡੈਕਸ 1 ਹੈ, ਇਸ ਆਈਟਮ ਦਾ ਇੰਡੈਕਸ 2 ਹੈ, 3 4 5 6 7। अगर मैं इत्थे लिखदा A विद स्लाइसिंग ऑपरेटर 5, 0 1 2 3 4 5, आंसर 30 आना। अगर मैं स्लाइसिंग ऑपरेटर ते 7 लिख दिंदा ते आंसर 40 आना। अगर मैं स्लाइसिंग ऑपरेटर ते इत्थे 6 लिख दिंदा ते आंसर आना सी 35।
अगर मैं 1 लिख दिंदा आंसर आना सी 10, अगर मैं 0 लिख दिंदा आंसर आना सी 5, और अगर 3 लिख देना तो आंसर आना सी 20. This is the way to assess different items in a list. ਇਹਦਾ ਪਹਿਲਾ ਪੁਆਇੰਟ ਐਕਸਪਲੇਨ ਹੋ ਗਿਆ। ਸੈਕਿੰਡ ਪੁਆਇੰਟ ਦੇ ਵਿੱਚ ਆ ਰਿਹਾ ਹੈ 0 ਤੋਂ ਸਟਾਰਟ ਕਰਨਾ ਹੈ, ਉਸ ਤੋਂ ਬਾਅਦ 3 ਆਈਟਮਸ। 0 ਤੋਂ ਸਟਾਰਟ ਕਰਨਾ ਹੈ, ਉਸ ਤੋਂ ਬਾਅਦ 3 ਆਈਟਮਸ। ਪਹਿਲੀ ਆਈਟਮ 0 ਤੇ 5 ਹੈ, दूसरी आइटम 10 है, तीसरी आइटम 15 है। ਤੁਹਾਡੀ आउटपुट आएगी 5 10 15। और तीसरा हैगा प्रिंट A5 कॉलन, पंचवी आइटम्स ਨੂੰ ਇਨਕਲੂਡ ਕਰਕੇ ਉਸ ਤੋਂ ਬਾਅਦ ਦੀਆਂ ਜਿੰਨੀਆਂ ਆਈਟਮਸ ਹੈ 6ਵੀਂ 7ਵੀਂ 8ਵੀਂ 9ਵੀਂ ਸਾਰਿਆਂ ਨੂੰ ਪ੍ਰਿੰਟ ਕਰ ਦੇਣਾ ਹੈ। ਐਂਡ ਦਿਸ ਇਜ਼ ਦਾ ਆਊਟਪੁੱਟ। ਇਹ ਤੁਹਾਡੀ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਿਓ, ਤੁਹਾਨੂੰ ਇਹ ਆਊਟਪੁੱਟ ਆਏਗੀ। ਐਂਡ ਆਈ ਹੋਪ ਤੁਸੀਂ ਸ਼ਾਇਦ ਡਾਟਾ ਸਟਰਕਚਰਸ ਵੀ ਇਹ ਚੀਜ਼ਾਂ ਕੀਤੀਆਂ ਹੋਣੀਆਂ ਵਾਈਲ ਅਸੈਸਿੰਗ ਐਰੇਜ਼, ਐਰੇ ਦੇ ਇੰਡੈਕਸ ਨੂੰ ਕਿਸ ਵੇ ਨਾਲ ਅਸੈਸ ਕਰਦੇ ਆ। ਦਿਸ ਇਜ਼ ਦਾ ਵੇ ਟੂ ਅਸੈਸ। मैं बड़िया सिंपल जिहा तुहाडे नाल एग्जांपल शेयर कर रहे हैं सो दैट तुहानू कोई कंफ्यूजन ना होवे दैट लिस्ट की है, लिस्ट डाटा टाइप्स लिस्ट बनदी है किदां है, लिस्ट दी आइटम्स नू असीं किस वे नाल असेस कर सकदे। नाउ दिस इज अ वेरी इंपॉर्टेंट पॉइंट, जिहड़ा इस चीज नू नोट करियो। ਇਹ ਹੁਣ ਜਿਹੜਾ ਮੈਂ ਪੁਆਇੰਟ ਲਿਖਣ ਤੁਹਾਨੂੰ ਐਕਸਪਲੇਨ ਕਰਨ ਲੱਗਾ ਹੈ, ਇਹ ਪੁਆਇੰਟ ਤੁਹਾਡਾ ਲਿਸਟ ਔਰ ਟਿਊਪਲ ਦੇ ਵਿੱਚ ਡਿਫਰੈਂਸ ਨੂੰ ਐਕਸਪਲੇਨ ਕਰੇ। ट्यूपल is also an orderly collection, लेकिन lists are mutable. ट्यूपल म्यूटेबल नहीं है। ਹੁਣ क्वेश्चन आता म्यूटेबल की ਹੁੰਦਾ है? म्यूटेबल ਦਾ मतलब ਹੁੰਦਾ है that उस लिस्ट ਦੇ आइटम्स ਨੂੰ अल्टर ਕੀਤਾ ਜਾ ਸਕਦਾ ਹੈ, उस लिस्ट ਦੇ आइटम्स ਨੂੰ चेंज ਕੀਤਾ ਜਾ ਸਕਦਾ है। ट्यूपल ਦੇ ਵਿੱਚ ਇੱਕ ਵਾਰੀ ਐਲੀਮੈਂਟਸ ਜਿਹੜੇ ਵੀ ਐਂਟਰ ਕਰਤੇ ट्यूपल ਦੇ ਐਲੀਮੈਂਟਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਮੈਂ ਤੁਹਾਡੇ ਨਾਲ ਇਹੀ ਚੀਜ਼ ਐਕਸਪਲੇਨ ਕਰ ਰਿਹਾ। अगर मैं लिस्ट और ट्यूपल का कंपैरिजन आ गया, लिस्ट इज एन ऑर्डरली कलेक्शन ऑफ आइटम्स, ट्यूपल इज ऑर्डरली कलेक्शन ऑफ आइटम्स, दोनों सेम है। लेकिन लिस्ट इज द एलिमेंट्स म्यूटेबल है, मतलब किसी पॉइंट ऑफ टाइम ते अगर किसी एलिमेंट ਨੂੰ ਤੁਸੀਂ ਚੇਂਜ ਕਰਨਾ ਹੈ, ਉਹ ਚੇਂਜ ਤੁਸੀਂ ਲਿਸਟ ਵਿੱਚ ਕਰ ਸਕਦੇ ਹੋ, ਜਦਕਿ ਟਿਊਪਲ ਦੇ ਵਿੱਚ ਐਲੀਮੈਂਟਸ ਮਿਊਟੇਬਲ ਨਹੀਂ ਹੈ। ਉਹਦੇ ਐਲੀਮੈਂਟਸ ਇੱਕ ਵਾਰੀ ਲਿਖੇ ਗਏ, ਉਹਨਾਂ ਨੂੰ ਚੇਂਜ नहीं किया जा सकता। कितना? एक एग्जांपल ਤੁਹਾਡੇ ਸਾਹਮਣੇ ਸਕਰੀਨ ਤੇ ਆ ਰਹੀ ਹੈ। a is equal to 1 2 3। मैं एक लिस्ट बनाई ਜਿਹਦੇ 3 ਐਲੀਮੈਂਟ ਸੀ 1 2 3। ਹੁਣ a2 ਇਹਦਾ ਮਤਲਬ ਥਰਡ ਐਲੀਮੈਂਟ ਨੂੰ ਮੈਂ ਕੀ ਅਸਾਈਨ ਕਰਤਾ ਵੈਲਿਊ 4। ਥਰਡ ਐਲੀਮੈਂਟ ਨੂੰ ਵੈਲਿਊ ਅਸਾਈਨ ਕਰਤੀ 4। ਹੁਣ ਜਿਹੜੀ ਲਿਸਟ ਬਣੇਗੀ ਇਹ 3 ਦੀ ਜਗ੍ਹਾ 4 ਹੋਏਗਾ। मैं प्रिंट ए किया, आउटपुट बनी है 1 2 4। मैं लिस्ट के एलिमेंट नु चेंज करता, जरूरी 4 नहीं है, मैं तो A2 लिख देता 35, इत्थे आंसर आना सीगा 1 2 35। मतलब लिस्ट दे एलिमेंट्स एक बारी आ गए, एक बारी बन गए, असी लिस्ट दे एलिमेंट्स नु चेंज कर सकते हैं। ਹੁਣ ਇਹੀ ਚੀਜ਼ ਮੈਂ ਟਿਊਪਲ ਦੇ ਵਿੱਚ ਵੀ ਲੈ ਕੇ ਜਾਣਾ ਪਿਆ। ਮੈਂ ਤੁਹਾਨੂੰ ਹਜੇ ਲਿਸਟ ਐਗਜ਼ਾਮਪਲ ਬਾਅਦ ਚ ਐਕਸਪਲੇਨ ਕਰਾਂਗਾ। ਆਈ ਐਮ ਗੋਇੰਗ ਟੂ ਟੇਕ ਟਿਊਪਲ। Tuple is an orderly sequence of items same as list. The only difference is that tuples are immutable. Tuples once created cannot be modified. लिस्ट दे ਜਿਹੜੀ ਹੈ ਇੱਕ ਵਾਰੀ ਕ੍ਰੀਏਟ ਕੀਤੀ ਗਈ, ਲਿਸਟ ਨੂੰ ਮੋਡੀਫਾਈ ਕੀਤਾ ਜਾ ਸਕਦਾ ਹੈ, ਲਿਸਟ ਨੂੰ ਚੇਂਜ ਕੀਤਾ ਜਾ ਸਕਦਾ ਹੈ। whereas when we talk about tuples, ਟਿਊਪਲ ਦੇ ਵਿੱਚ ਇੱਕ ਵਾਰੀ ਟਿਊਪਲ ਬਣ ਗਿਆ, ਉਹਦੇ ਐਲੀਮੈਂਟਸ ਨੂੰ ਚੇਂਜ ਨਹੀਂ। ਟਿਊਪਲ ਦੇ ਕੰਟੈਕਸਟ ਇੱਕ ਹੋਰ ਆਈਟਮਸ ਹੈ। Tuples are used to write protect the data. Write protect ਕੀ ਹੁੰਦਾ ਵਰਡ? ਅਗਰ ਮੈਂ ਇਹਨੂੰ ਕਹਾਂ ਰੀਡ ਓਨਲੀ, ਜੇ ਤੁਸੀਂ ਰੀਡ ਓਨਲੀ ਦਾ ਕਨਸੈਪਟ ਪੜਿਆ ਹੋਵੇ ਆਪਰੇਟਿੰਗ ਸਿਸਟਮ ਦੇ ਵਿੱਚ, ਰੀਡ ਓਨਲੀ ਉਹਨੂੰ ਸਿਰਫ ਰੀਡ ਕਰ ਸਕਦੇ, ਉਹਦੇ ਚ ਚੇਂजेस ਨਹੀਂ ਕਰ ਸਕਦੇ।
Tuples are used to write protect data and are usually faster than list as they cannot change dynamically. Tuple ਦੇ ਵਿੱਚ ਰੀਡ ਓਨਲੀ ਦਾ ਕਨਸੈਪਟ ਹੈ ਵੀ ਇੱਕ ਵਾਰੀ ਤੁਸੀਂ ਟਿਊਪਲ ਕ੍ਰੀਏਟ ਕਰਤਾ ਉਹਦੇ ਡਾਟਾ ਨੂੰ ਰੀਡ ਕਰ ਸਕਦੇ ਹੋ ਉਹਦੇ ਡਾਟਾ ਨੂੰ ਰਾਈਟ ਨਹੀਂ ਕਰ ਸਕਦੇ ਉਹਦੇ ਡਾਟਾ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਇਸ ਕਰਕੇ ਟਿਊਪਲ ਫਾਸਟ ਹੁੰਦੇ ਆ ਐਸ ਕੰਪੇਅਰ ਟੂ ਲਿਸਟ ਅਦਰ ਪੁਆਇੰਟ ਆਫ ਡਿਫਰੈਂਸ ਬਿਟਵੀਨ ਟਿਊਪਲ ਐਂਡ ਲਿਸਟ ਤੁਹਾਡੀ ਜਿਹੜੀ ਲਿਸਟ ਹੈ ਉਹ ਸਕੁਅਰ ਬ੍ਰੈਕਟ ਨਾਲ ਕ੍ਰੀਏਟ ਕੀਤੀ ਜਾਂਦੀ ਹੈ ਟਿਊਪਲ ਤੁਹਾਡੀ ਇਸ ਬ੍ਰੈਕਟ ਇਹਨੂੰ ਅਸੀਂ ਛੋਟੀ ਬ੍ਰੈਕਟ ਕਰਨੇ ਆ ਇਸ ਬ੍ਰੈਕਟ ਦੇ ਨਾਲ ਕ੍ਰੀਏਟ ਜਿੱਦਾਂ ਉਹਨੇ ਇੱਕ ਟਿਊਪਲ ਬਣਾਇਆ ਹੈ ਐਗਜ਼ਾਮਪਲ ਦੇਖੋ 5 ਪ੍ਰੋਗਰਾਮ 1 3j 5 ਤੁਹਾਡਾ ਇੰਟੀਜਰ ਹੈ ਇਹ ਤੁਹਾਡਾ ਦਿਸ ਵਨ ਇਜ਼ ਯੂਅਰ string ਇਹ ਤੁਹਾਡਾ ਕੰਪਲੈਕਸ ਨੰਬਰ ट्यूपल भी कलेक्शन ऑफ डिफरेंट डाटा आइटम्स है सेम डाटा आइटम्स नहीं है ऑर्डरली कलेक्शन है ट्यूपल इज एन ऑर्डरली कलेक्शन ऑफ डाटा आइटम्स बिल्कुल करेक्ट है लेकिन ट्यूपल दी ਜਿਹੜੀ ਆਈਟਮਸ ਹੈ ਇਕੁਅਲੀ ਟਿਊਪਲ ਕ੍ਰੀਏਟ ਹੋ ਗਿਆ ਉਹਦੀ ਆਈਟਮਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਟਿਊਪਲ ਦੇ ਵਿੱਚ ਬ੍ਰੈਕਟ ਉਧਰ ਸਕੁਅਰ ਹੈ ਇਹਦੇ ਵਿੱਚ ਡਿਫਰੈਂਟ ਬ੍ਰੈਕਟ ਹੈ ट्यूपल ਦੀ ਬ੍ਰੈਕਟ ਡਿਫਰੈਂਟ ਹੈ ਔਰ ਤੁਹਾਡੀ ਦਿਸ ਵਨ ਲਿਸਟ ਦੀ ਬ੍ਰੈਕਟ डिफरेंट हमने एक एग्जांपल भी बनाई हुई सामने लुक एट दिस वन इससे ही एक ट्यूपल बनाया है t इज इक्वल टू 5 प्रोग्राम 1 3j और अगर मैं पहले एलिमेंट नु ट्यूपल नु प्रिंट करांगा तो ए 0 है ए 1 है ए 2 है अगर पहले एलिमेंट नु प्रिंट करांगे तो प्रोग्राम आएगा अगर 0 तो लेके 3 टोटल 0 तो स्टार्ट करना है तो टोटल 3 एलिमेंट्स प्रिंट करना ਅਸੀਂ ਉਹਦੇ ਵਿੱਚ ਲਿਸਟ ਵੀ ਕੀਤਾ ਸੀਗਾ 0 ਤੋਂ ਸਟਾਰਟ ਕਰਕੇ ਉਸ ਤੋਂ ਬਾਅਦ 3 ਮੀਨਸ ਟੋਟਲ 3 ਐਲੀਮੈਂਟਸ ਤਾਂ ਇਹਦੀ ਆਉਟਪੁੱਟ ਆਏਗੀ 5 प्रोग्राम 1 3 हाँ थर्ड वन अगर स्टेटमेंट में तीसरी स्टेटमेंट लिखना है t0 इज इक्वल टू 10 दैट मींस मैं ट्यूपल दी वैल्यू चेंज करने की कोशिश कर रहे हैं ट्यूपल नु नवी ओरिजिनल वैल्यू 5 है ओरिजिनल वैल्यू 5 है मैं उसਨੂੰ एक नवी वैल्यू 10 असाइन करने की कोशिश कर रहे हैं जबकि ट्यूपल ਦੇ ਵਿੱਚ ਅਸੀਂ ਕਿਹਾ ਸੀਗਾ ट्यूपल्स आर used to write protect data they cannot change once a tuple is created it cannot be modified और अगर मैं ਇਹ स्टेटमेंट लिखना है prompt ਤੇ ਜਾਂ program ਦੇ ਵਿੱਚ it will generate an error message क्यों जनरेट करेगा क्योंकि ट्यूपल ਦੇ ਵਿੱਚ ਜੋ ਇੱਕ ਵਾਰੀ ਬਣ ਗਿਆ ਜੋ ਇੱਕ ਵਾਰੀ ਬਣ ਗਿਆ अगर ਉਹਦੀ ਵੈਲਿਊ 5 ਬਣ ਗਈ ਅਸੀਂ ਉਸ ਨੂੰ ਚੇਂਜ ਨਹੀਂ ਕਰ ਸਕਦੇ और अगर ਅਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਥਰੂ ਸਮ ਪਾਰਟਿਕੂਲਰ ਸਟੇਟਮੈਂਟ ਤਾਂ एरर मैसेज आएगा और अगर मैं इस कोड ਨੂੰ ਰਨ ਕਰੂੰਗਾ this would be the output t1 is equal to program ये 0th एलिमेंट है ये फर्स्ट एलिमेंट है प्रोग्राम आ गया t03 0 तो स्टार्ट करना है और टोटल 3 एलिमेंट्स तीनों दे तीनों एलिमेंट स्क्रीन पे आ गए और तीसरा ਤੁਹਾਡਾ ਕਹਿ ਰਿਹਾ ਸੀ t0 is equal to 10 trace back most reader recent call last file this type error tuple does object doesn't support item assignment ਜਿਹੜਾ tuple ਹੈ ਉਹ assignment ਨੂੰ support ਨਹੀਂ ਕਰਦਾ it will generate an error message और ਤੁਹਾਡਾ error message ਇਸੇ ਤਰੀਕੇ ਨਾਲ ਆਏਗਾ ਤੁਹਾਡੀ ਸਕਰੀਨ ਤੇ like this पहलियां दोनों स्टेटमेंट्स प्रोसेस हो जूगियां प्रोसेस होकर रिजल्ट आ जाएगा लेकिन ਜਿਹੜੀ थर्ड स्टेटमेंट है ਤੁਸੀਂ ਜਿਹੜੀ ਅਸੀਂ यूज कर रहे हो थर्ड स्टेटमेंट is going to generate you an error message this third statement क्योंकि ट्यूपल ਨੂੰ ट्यूपल ਮੋਡੀਫਾਈ ਨਹੀਂ ਕੀਤਾ ਜਾ ਸਕਦਾ ट्यूपल ਦੇ ਵਿੱਚ ਵੈਲਿਊ ਅਸਾਈਨ ਨਹੀਂ ਕੀਤੀ ਜਾ ਸਕਦੀ ट्यूपल्स आर इम्यूटेबल ਇਸ ਕਰਕੇ ट्यूपल ਦੇ ਵਿੱਚ ਕੋਈ ਵੀ ਵੈਲਿਊ ਤੁਸੀਂ ਅਸਾਈਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਜਿਹੜਾ एरर जनरेट होएगा और इस काइंड ਦੀ ਤੁਹਾਡੇ ਕੋਲ ਆਉਟਪੁੱਟ ਬਣ ਕੇ ਆਏਗੀ सो दिस इज मैं ਤੁਹਾਨੂੰ ਦੋ ਚੀਜ਼ਾਂ ਐਕਸਪਲੇਨ ਕੀਤੀਆਂ वन इज योर ट्यूपल एंड अनदर इज योर दिस वन लिस्ट और ਅਸੀਂ अगर कोई प्रोग्राम क्रिएट करिए एक पाइथन ਦਾ प्रोग्राम ਬਣਾਇਆ ਹੈ लिस्ट ਕਿੱਦਾਂ क्रिएट करनी है पहली ਗੱਲ लिस्ट स्क्वायर ब्रैकेट ਨਾਲ क्रिएट ਹੁੰਦੀ है मैं एक प्रोग्राम क्रिएट ਕੀਤਾ है क्रिएटिंग ए लिस्ट स्क्वायर ब्रैकेट अगर मैं
लिस्ट स्केयर ब्रैकेट है, ਇਹਦੇ ਵਿੱਚ ਕੋਈ ਐਲੀਮੈਂਟ ਨਹੀਂ ਹੈ। ਜਦੋਂ ਮੈਂ ਪ੍ਰਿੰਟ ਕਰੂੰਗਾ, ਅਗਰ ਇਸ ਲਾਈਨ ਨੂੰ ਮੈਂ ਪ੍ਰਿੰਟ ਕਰੂੰਗਾ ਤਾਂ ਖਾਲੀ ਲਿਸਟ ਪ੍ਰਿੰਟ ਹੋ ਜਾਏਗੀ। ਮੈਂ ਤੁਹਾਡੇ ਨਾਲ ਆਊਟਪੁੱਟ ਸ਼ੇਅਰ ਕਰ ਦੇਣਾ ਹੈ। ਇਨੀਸ਼ੀਅਲ ਬਲੈਂਕ ਲਿਸਟ ਖਾਲੀ, ਲਿਸਟ ਸਕੁਏਅਰ ਬ੍ਰੈਕਟ ਨਾਲ ਸਟਾਰਟ ਹੁੰਦੀ ਹੈ। ਜੋ ਪ੍ਰਿੰਟ ਸਟੇਟਮੈਂਟ 'ਚ ਲਿਖਿਆ ਇਨੀਸ਼ੀਅਲ ਬਲੈਂਕ ਲਿਸਟ ਇਦਾਂ ਹੀ ਪ੍ਰਿੰਟ ਹੋਏਗਾ। ਪ੍ਰਿੰਟ ਲਿਸਟ ਉਹ 'ਚ ਕੋਈ ਆਈਟਮ ਹੈ ਨਹੀਂ, ਖਾਲੀ ਲਿਸਟ ਪ੍ਰਿੰਟ। ਸੈਕਿੰਡ ਜਿਹੜਾ ਮੈਂ ਸੈੱਟ ਬਣਾਇਆ ਹੈ, ਇਹਦੇ ਵਿੱਚ ਲਿਸਟ ਦੇ ਵਿੱਚ ਕੋਈ ਨਾ ਕੋਈ ਸਟ੍ਰਿੰਗ ਲਿਖੀ ਹੋਈ ਹੈ। ਲਿਸਟ ਦੇ ਵਿੱਚ ਲਿਖਤਾ ਗਵਰਨਮੈਂਟ। ਜਦੋਂ ਮੈਂ ਪ੍ਰਿੰਟ ਕਰਾਂਗਾ ਇਹਦੀ ਆਊਟਪੁੱਟ ਦਿਖਾਣਾ GOVT ਹੀ ਆਣੀ, ਲਿਸਟ ਵਿਦ ਦ ਯੂਜ਼ ਆਫ ਸਟ੍ਰਿੰਗ। ਤੇ ਥਰਡ ਜਿਹੜੀ ਲਿਸਟ ਬਣਾਈ ਹੈ ਉਹ ਮਲਟੀਪਲ ਵੈਲਿਊਜ਼ ਨਾਲ, ਗਵਰਨਮੈਂਟ ਵੀ ਹੈ, ਪੰਜਾਬ ਵੀ ਹੈ, ਇੰਡੀਆ ਵੀ ਹੈ। 1 2 3 ਆਈਟਮ। ਹੁਣ ਜਦੋਂ ਪ੍ਰਿੰਟ ਲਿਸਟ ਕੰਟੇਨਿੰਗ ਮਲਟੀਪਲ ਵੈਲਿਊਜ਼, ਮੈਂ ਪ੍ਰਿੰਟ 'ਚ ਲਿਖਦਾ ਲਿਸਟ 0 ਤਾਂ GOVT ਪ੍ਰਿੰਟ ਹੋਏਗਾ। ਲਿਸਟ 2 ਤਾਂ ਸੈਕਿੰਡ ਆਈਟਮ ਪ੍ਰਿੰਟ ਹੋਏਗਾ। ਇਹ ਥੋੜੀ ਇੰਪੋਰਟੈਂਟ ਚੀਜ਼ ਹੈ। ਜਦੋਂ ਲਿਸਟ ਮਲਟੀਪਲ ਵੈਲਿਊਜ਼ ਆ ਜਾਂਦੀਆਂ, ਇਹਦਾ ਇੰਡੈਕਸ 0 ਹੈ, ਇਹਦਾ ਇੰਡੈਕਸ 1 ਹੈ, ਇਸ ਦਾ ਇੰਡੈਕਸ 2 ਹੈ। और अगर मैं लिखता लिस्ट 0 तो GOVT प्रिंट होएगा। अगर मैं लिखता लिस्ट 1 प्रिंट लिस्ट 1 तो पंजाब प्रिंट होएगा। और अगर मैं लिखता प्रिंट लिस्ट 2 तो इंडिया प्रिंट होएगा। लेकिन मेरी स्टेटमेंट दे विच लिस्ट 0 और लिस्ट 2 आ रहा है, ऐसा मतलब GOVT और इंडिया प्रिंट होएगा। लुक एट द आउटपुट, GOVT एंड इंडिया ही प्रिंट हो। एक होर मल्टी डायमेंशनल लिस्ट बनी हुई है, ਇਹਦੇ ਵਿੱਚ ਕੀ ਹੈ, ਇਸ ਸਟੇਟਮੈਂਟ ਨੂੰ ਧਿਆਨ ਨਾਲ ਦੇਖੋ। ਲਿਸਟ ਇਜ਼ ਇਕੁਅਲ ਟੂ, ਪਹਿਲਾਂ ਇੱਕ ਛੋਟੀ ਲਿਸਟ ਬਣੀ ਹੈ GOVT, ਪੰਜਾਬ, ਉਸ ਤੋਂ ਬਾਅਦ ਇੱਕ ਅਲੱਗ ਇੰਡੀਆ ਦੀ ਅਲੱਗ ਲਿਸਟ ਬਣੀ ਹੋਈ ਹੈ। ਇਸ ਸਟੇਟਮੈਂਟ ਨੂੰ ਮਲਟੀ ਡਾਇਮੈਂਸ਼ਨਲ ਲਿਸਟ ਨੂੰ ਥੋੜਾ ਧਿਆਨ ਨਾਲ ਦੇਖਿਓ। ਲੁੱਕ ਐਟ ਦਿਸ ਵਨ। ਇਸ ਸਟੇਟਮੈਂਟ ਦੇ ਵਿੱਚ ਕੀ ਹੈ ਦੈਟ ਇੱਕ ਤਾਂ ਲਿਸਟ ਆ ਸਕੁਏਅਰ ਬ੍ਰੈਕਟ ਸਟਾਰਟ ਹੈ, ਇੱਥੇ ਸਕੁਏਅਰ ਬ੍ਰੈਕਟ ਖਤਮ ਹੋ ਗਈ। दूसरी है स्क्वायर ब्रैकेट स्टार्ट है, ए स्क्वायर ब्रैकेट खत्म हो गई। लिस्ट विद इन लिस्ट, नेस्टिंग ऑफ लिस्ट्स, ए एक लिस्ट है, ए दूसरी लिस्ट है। ओके, ए एक ओवरऑल लिस्ट बनी हुई है। मेरी इस चीज को थोड़ा जिहा ध्यान नाल नोट करियो। अगर तुसी इस चीज में दोबारा मैं एक्सप्लेन कर रहे हैं, लुक एट दिस वन। थोड़ा जिहा कंफ्यूजिंग द कॉन्सेप्ट है, कंफ्यूजिंग द कॉन्सेप्ट है। एक स्क्वायर ब्रैकेट ए स्टार्ट हुई इस जगह तो मैं मार्क कर रहे हैं, आई एम गोइंग टू मार्क इट। आ स्क्वायर ब्रैकेट स्टार्ट हुई, ए स्क्वायर ब्रैकेट एंड हुई। ओके, ਇਹਦੇ 'ਚ ਦੋ ਐਲੀਮੈਂਟਸ ਹੈ, ਮੈਂ ਇਸ ਲਿਸਟ ਦੀ ਗੱਲ ਕਰ ਰਿਹਾ। ਪਹਿਲੇ ਆਈਟਮ ਦਾ ਇੰਡੈਕਸ 0 ਹੈ, ਦੂਜੇ ਆਈਟਮ ਦਾ ਇੰਡੈਕਸ 1। ਦੂਸਰੀ ਲਿਸਟ ਇੱਥੋਂ ਸਟਾਰਟ ਹੋਈ, ਇੱਥੇ ਖਤਮ ਹੋਈ। ਇਹਦੇ 'ਚ ਇੱਕੋ ਹੀ ਐਲੀਮੈਂਟ ਹੈ, ਇਹਦਾ ਇੰਡੈਕਸ 0। इसका इंडेक्स 0 है और इसका इंडेक्स 1 है और इसका इंडेक्स 0 है। ओके, ਹੁਣ ਇੱਕ ਤੀਸਰੀ ਲਿਸਟ ਬਣੀ ਹੋਈ ਹੈ ਜਿਹਨੇ ਇਹਨਾਂ ਦੋਨਾਂ ਲਿਸਟਾਂ ਨੂੰ ਇਨਕਲੋਜ਼ ਕੀਤਾ ਹੈ। ਇਸ ਲਿਸਟ ਦੇ ਅਕੋਰਡਿੰਗਲੀ ਜਿਹੜਾ ਫਰਸਟ ਪੂਰੀ ਲਿਸਟ ਹੈ ਇਹਦਾ ਇੰਡੈਕਸ 0 ਹੈ और इसका इंडेक्स 1 है। अगर मैं गवर्नमेंट ਨੂੰ ਅਸੈਸ ਕਰਨਾ ਹੈ ਤਾਂ ਮੇਰਾ ਐਲੀਮੈਂਟ ਦਾ ਐਡਰੈਸ ਆਏਗਾ 0,0 और अगर मैं पंजाब ਨੂੰ ਅਸੈਸ ਕਰਨਾ ਹੈ ਤਾਂ ਮੇਰਾ ਐਡਰੈਸ ਆਏਗਾ 0,1। और अगर मैं इंडिया ਨੂੰ ਅਸੈਸ ਕਰਨਾ ਹੈ ਤਾਂ ਉਹਦਾ ਐਲੀਮੈਂਟ ਦਾ ਐਡਰੈਸ ਆਏਗਾ 1,0। ਮੇਰੀ ਇਸ ਗੱਲ ਨੂੰ ਬੜੇ ਧਿਆਨ ਨਾਲ ਅੰਡਰਸਟੈਂਡ ਕਰਿਓ। ਇਹ ਮਲਟੀਪਲ ਲਿਸਟ ਹੈ, ਲਿਸਟ ਵਿਦ ਇਨ ਲਿਸਟ ਹੈ। अगर मैं इस लिस्ट की गल करा, इस लिस्ट ਨੂੰ मैं कहना लिस्ट नंबर 1, ਇਹਦੇ ਚ ਦੋ ਐਲੀਮੈਂਟਸ ਹੈ, ਪਹਿਲੇ ਦਾ ਇੰਡੈਕਸ 0 ਹੈ, ਦੂਜੇ ਦਾ ਇੰਡੈਕਸ 1 ਹੈ। ਇੰਡੀਆ ਜਿਹੜੀ ਲਿਸਟ ਹੈ ਇਹਦੇ ਚ ਇੱਕ ਐਲੀਮੈਂਟ ਹੈ, ਇਹਦਾ ਇੰਡੈਕਸ 0 ਹੈ। ਲੇਕਿਨ ਇਹਨਾਂ ਦੋਵਾਂ ਦੇ ਬਾਹਰ ਵੀ ਇੱਕ ਬ੍ਰੈਕਟ ਲੱਗੀ ਹੋਈ ਹੈ। ਇਸ ਬ੍ਰੈਕਟ ਦਾ ਮਤਲਬ ਹੈ ਇੱਕ ਆ ਇੰਡੈਕਸ ਹੈ ਪਹਿਲੀ ਲਿਸਟ, ਦੂਜਾ ਇੰਡੈਕਸ ਹੈ। ਇਸ ਦਾ ਇੰਡੈਕਸ 0 ਹੈ, ਇਸ ਦਾ ਇੰਡੈਕਸ 1 ਹੈ। अगर मैं इस एलिमेंट को असेस करना है 0 0 ना असेस होएगा, ए 0 1 and this one will be assessed by 1 0। this is your multiple list। how ਅਸੀਂ multiple list ਨੂੰ ਕਿਸ ਵੇ ਨਾਲ ਅਸੈਸ ਕਰ ਸਕਦੇ।
ਸੋ ਬੱਚਿਓ ਅੱਜ ਲਈ ਦਿਸ ਵਨ ਇਜ਼ ਸਫੀਸ਼ੀਐਂਟ ਜੋ ਅਸੀਂ ਲਿਸਟ ਦਾ ਕਨਸੈਪਟ ਹੈ। ਨੈਕਸਟ ਲੈਕਚਰ ਦੇ ਵਿੱਚ ਮੈਂ ਬਾਕੀ ਬੱਚੇ ਟੌਪਿਕਸ ਤੁਹਾਡੇ ਨਾਲ ਕਵਰ ਕਰੂੰਗਾ। ਥੈਂਕ ਯੂ ਫॉर